ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨ ਕੇ ਨਾਸਕ ਬਿਗਨ ਕੇ ਨਾਸਕ ਗੁਰ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਾਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ। ਦੋਹਰਾ सुनत पिता के बचन को पृथ्या अत अहंकार। महाक्रोध को तार के सन्मुख कीन उचार। परम सम्मानयोग सतगुरु चवर छत्र तखत दे मालक हाजरा हजूर जाहरा जहूर शब्द गुरु जुगों जुग अटल सतगुरु धन श्री गुरु ग्रंथ साहिब महाराज सच्चे पातशाह जी की पावन पवित्र हजूरी अंदर जुड़ बैठे सतसंगी जनों आप जी वड्डे भागां वाले हो जो सत्कारयोग धन माता राजकौर जी के पावन अस्थान गुरुद्वारा मंजी साहिब विखे शामां दे दीवाना दियां हाजरियां भर रहे हो। आओ रोजाना की तरह धन श्री गुरु रामदास महाराज जी की चल रही लड़ीवार इतिहास कथा के नाल अगलेरी सांझ पाउण तो पहला असीस बख्शिश करो जी। रसना नूं करो पवित्र जितने भी जड़ बूटे हलवाओ हाजरी आखो जी। वाहिगुरू जी का खालसा वाहिगुरू जी की फतेह। दोहरा सुनत पिता के बचन को पृथ्या अत अहंकार। महाक्रोध के तार के सन्मुख कीन उचार। कविराज कवि संतोख सिंह जी अगला अध्याय नंबर 23 शुरू करदे लिख रहे ने कि जिवें पिछले प्रकरणों में व्यास जी ने सरवण किया सी। जदों गुरता करदी धन गुरु अर्जन देव जी नूं दे दित्ती गई। पृथ्या जो बाबा बुढ़ा साहब जी नूं बहुत गलत बोलिया। धन गुरु रामदास जी के अगों भी झगड़ा करदा और गुरु साहब ने समझाया भी। तो कवि संतोख सिंह जी अगे लिखते हैं कि पिता गुरु धन गुरु रामदास जी के बचन सुन के हंकारी पृथ्या जिहड़ा है वो हंकार दे विच भरिया होया गुरु पिता के सामने बोलिया। ये कह लिए कि अगों रज के झगड़ा किया लड़ाई की। सेवा भले करत को परखण बैठ्यो लापुर में द्वै बरखण। पृथ्या को गुरु पिता धन गुरु रामदास जी ने बोल के कहता है कि पिता जी चंगी सेवा आप जी ने परखी है। कहदी परख की कि वो अर्जन देव ते 2 साल तो लाहौर बैठा रहा। सेवा तो मैं करता रहा, तो परख तुसीं किवें कर ली। तुमरे सुदियार नहीं सदन के आवत जात नहीं सुध धन के 2 साल तक वो तो भाव के अर्जन देव जी लिए शब्द वरतदा है कि लाहौर दे विच बैठा रहा। ना उन्हें तुहाडी खबर लई ना घर की खबर सार लई ना उन्हें ये पता कि किधरों धन आउंदा है किन्ना आउंदा है कित्थे जांदा है। बैठे हो रहो निचिंत सुखारो कौन काज तह रहत सुवारो कि 2 साल तक निश्चिंत होके मौज माणदा रहे तो लाहौर रह के। हुण प्रीति चंद नूं लगता कि वो मौज माणदे रहे कि उत्थे बैठा होया किहड़े काम उन्हें सवारे किहड़े काम कीते। मैं सगरे घर के बड़कार संगत आवन जान हजार। पर सतगुरु जी मैं तो घर के हजारे काम सवारे ने
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹੁੰਦੀਆਂ ਨੇ। ਸਾਰਾ ਕਾਰ ਵਿਹਾਰ ਮੈਂ ਹੀ ਤੇ ਕਰਦਾ ਰਿਹਾ। ਕਿਸ ਕੋ ਦੇਣ ਕਿਸੂ ਤੇ ਲੈਣਾ, ਰਾਖਣ ਸਭ ਕੋ ਸਦਾ ਸੁਖੈ ਨਾ। ਕਿਸੇ ਤੋਂ ਲੈਣਾ ਕਿਸੇ ਨੂੰ ਦੇਣਾ, ਸਾਰਾ ਹਿਸਾਬ ਤਾਂ ਰੱਖਣਾ, ਸਭ ਨੂੰ ਖੁਸ਼ੀ ਰੱਖਣਾ, ਸੁਖੀ ਰੱਖਣਾ। ਨਿਤ ਪ੍ਰਤ ਕਰਤ ਰਹੋ ਮੈਂ ਆਛੇ, ਸਭ ਪ੍ਰਸੰਨ ਹੋਏ ਮੁਝ ਤੇ ਗਾਛੇ। ਕਿ ਸਤਿਗੁਰੂ ਜੀ ਨਿੱਤਾ ਪ੍ਰਤੀ ਮੈਂ ਇਹ ਸੇਵਾ ਕਰਦਾ ਰਿਹਾ, ਸਾਰੇ ਮੇਰੇ ਤੋਂ ਖੁਸ਼ ਸਨ। ਕਿ ਕਾਰਜ ਕਿਸੇ ਤਰ੍ਹਾਂ ਦਾ ਮੈਂ ਰੁਕਣ ਨਹੀਂ ਦਿੱਤਾ, ਸਾਰਿਆਂ ਨੂੰ ਖੁਸ਼ ਕਰਕੇ ਰੱਖਿਆ ਹੈ। ਅਖਲ ਮਸੰਦਨ ਤੇ ਸਭ ਕਾਰ, ਰਹਿਓ ਸੰਭਾਰਤ ਸਰਬ ਪ੍ਰਕਾਰ। ਕਿਉਂਕਿ ਹੁਣ ਪ੍ਰਿਥੀ ਚੰਦ ਇਸੇ ਨੂੰ ਸੇਵਾ ਸਮਝਦਾ ਹੈ ਕਿ ਸਾਰੇ ਮਸੰਦਾਂ ਤੋਂ ਸਾਰਾ ਧਨ ਜਿਹੜਾ ਸੀ ਦਸਵੰਧ ਦਾ, ਉਹ ਮੈਂ ਲੈ ਕੇ ਸਾਂਭਦਾ ਰਿਹਾ। ਪਰ ਇਹ ਨਹੀਂ ਦੱਸਿਆ ਕਿ ਸਾਂਭਦਾ ਆਪਣੇ ਘਰ ਵਿੱਚ ਹੀ ਰਿਹਾ। ਦੇਗ ਕਰਨ ਕੇ ਕਾਰ ਚਲਾਈ, ਇਤਿਆਦਿਕ ਮੈਂ ਸੇਵ ਕਮਾਈ। ਉਸ ਧਨ ਦੇ ਵਿੱਚੋਂ ਮੈਂ ਸਾਰੀ ਦੇਗ ਦੀ ਸੇਵਾ ਕੀਤੀ, ਲੰਗਰ ਚਲਾਇਆ, ਔਰ ਸਾਰੀ ਸੇਵਾ ਚੰਗੀ ਤਰ੍ਹਾਂ ਸੰਭਾਲੀ, ਸਭ ਕੁਝ ਸੰਭਾਲਿਆ। ਤੁਮ ਤੇ ਆਦ ਸਰਬ ਪਰਵਾਰੇ, ਕਾਰ ਕਿਨਹੂ ਨਹਿ ਕੋਈ ਸੰਭਾਰੇ। ਇੱਥੋਂ ਤੱਕ ਪ੍ਰੀਥਿਆ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਕਿ ਤੁਸੀਂ ਕਿਹੜਾ ਕੋਈ ਕਾਰਜ ਕੀਤਾ ਹੈ। ਸਣੇ ਤੁਹਾਡੇ ਬਾਕੀ ਸਾਰਾ ਪਰਿਵਾਰ, ਕਾਰ ਵਿਹਾਰ ਤੇ ਕਿਸੇ ਨੇ ਨਾ ਸੰਭਾਲਿਆ। ਇਹ ਪੈਸੇ ਵਾਲਾ ਕਾਰ ਵਿਹਾਰ ਤੇ ਸਾਰਾ ਮੈਂ ਹੀ ਸੰਭਾਲਿਆ ਹੈ। ਸੁਧ ਪੇ ਕਬਹੁ ਨ ਲੈਨਸ ਕੋਈ, ਮੋਤੇ ਹੋਤ ਸਰਬ ਬਿਦ ਸੋਈ। ਕਿ ਧੰਨ ਗੁਰੂ ਰਾਮਦਾਸ ਜੀ ਨੂੰ ਕਹਿ ਰਿਹਾ ਕਿ ਪਿਤਾ ਜੀ ਅਰਜਨ ਦੇਵ ਜੀ ਤੇ ਉੱਥੇ ਬੈਠਾ ਰਿਹਾ, ਤੇ ਤੁਸੀਂ ਵੀ ਕਿਹੜਾ ਖਬਰ ਲਈ? ਕਦੇ ਖਬਰ ਸਾਰੀ ਨਹੀਂ ਲਈ। ਕਿ ਸਾਰਾ ਕੰਮ ਮੈਂ ਇਕੱਲਾ ਹੀ ਸੰਭਾਲਦਾ ਰਿਹਾ, ਮੇਰੇ ਵੱਲੋਂ ਸਾਰਾ ਕੰਮ ਚੱਲਦਾ ਰਿਹਾ ਹੈ। ਇਮ ਕਹਿ ਅਟਕ ਬਾਕ ਪੁਨ ਭਾਖੇ, ਜਿਨ ਮੈਂ ਬਚਨ ਅਨਾਦਰ ਰੱਖੇ। ਇਸ ਤਰ੍ਹਾਂ ਕਹਿ ਕੇ ਪ੍ਰਿਥਿਆ ਬਹੁਤ ਸਮਾਂ ਜਿਹੜਾ ਕੁਝ ਸਮਾਂ ਵਿੱਚੋਂ ਚੁੱਪ ਰਿਹਾ। ਪਰ ਫਿਰ ਹੋਰ ਵੀ ਕੌੜੇ ਬੋਲ ਬੋਲੇ, ਜਿਨ੍ਹਾਂ ਦੇ ਵਿੱਚ ਬੜਾ ਹੀ ਅਪਮਾਨ ਗੁਰੂ ਸਾਹਿਬ ਦਾ ਵੀ ਕੀਤਾ ਗਿਆ। ਲਿਖੇ ਨ ਜਾਏ ਮੋਹਿ ਤੇ ਸੋਏ, ਮਹਾ ਕਠੋਰ ਅਨੁਚਿਤੈ ਜੋਏ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜੋ ਕੁਛ ਅਨਾਦਰ ਵਾਲੇ ਬੋਲ ਪ੍ਰਿਥੀ ਨੇ ਉਸ ਵੇਲੇ ਗੁਰੂ ਰਾਮਦਾਸ ਜੀ ਨੂੰ ਕਹੇ ਨਾ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਹੇ, ਉਹ ਮੇਰੇ ਤੋਂ ਲਿਖੇ ਨਹੀਂ ਜਾਣੇ। ਇੰਨਾ ਮਾੜਾ ਬੋਲਿਆ। ਨਿਸ਼ਿਮਾ ਨਿਧਾਨ ਬਿਰਦ ਲੱਕ ਆਪਣ, ਰਿਸ਼ਤੇ ਕਰਿਓ ਨਾ ਸੁਤ ਕੋ ਸਰਾਪਣ। ਪਰ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਸੁਭਾਅ ਹੀ ਖਿਮਾ ਕਰਨਾ ਹੈ, ਇਹਨਾਂ ਮਾੜਾ ਬੋਲਣ ਵਾਲੇ ਨੂੰ ਧੰਨ ਗੁਰੂ ਰਾਮਦਾਸ ਜੀ ਨੇ ਬਸ ਇੰਨੀ ਗੱਲ ਕਹੀ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜੜੇ ਵਡੇਰੇ ਤੁਮ ਹੋ ਤਿੰਨ ਸੰਗ ਝਗਰਤ ਪਾਤ। ਪੁੱਤਰ ਬੜਾ ਵੱਡਾ ਪਾਪ ਹੀ। ਇਸ ਤੋਂ ਵੱਧ ਗੁਰੂ ਸਾਹਿਬ ਨੇ ਕੋਈ ਮਾੜਾ ਬਚਨ ਨਹੀਂ ਕਿਹਾ ਕਿ ਜਿਹੜਾ ਪ੍ਰਿਥੀ ਵਾਸਤੇ ਸਰਾਪ ਬਣ ਜਾਏ। ਕਹਿਤ ਭਏ ਉੱਠ ਥਿਰਹੁ ਨਾ ਆਗੋ, ਅਬ ਤੇ ਨਹਿ ਹਮਰੇ ਮੁਖ ਲਾਗੋ। ਬਸ ਸਤਿਗੁਰੂ ਜੀ ਨੇ ਇੰਨੀ ਗੱਲ ਕਹੀ ਕਿ ਪ੍ਰਿਥੀ ਚੰਦ ਉੱਠ ਕੇ ਚਲਾ ਜਾ ਪਰਾਂ ਨੂੰ ਚਲੇ ਜਾ, ਸਾਡੇ ਮੱਥੇ ਨਾ ਲੱਗ। ਔਰ ਪ੍ਰਿਥੀ ਚੰਦ ਅੱਗੋਂ ਮਾੜਾ ਇੰਨਾ ਬੋਲਦਾ ਕਿ ਮੱਥੇ ਤੇ ਮੈਂ ਕਹਿੰਦਾ ਕਿ ਤੁਸੀਂ ਮੇਰੇ ਨਾਲ ਲੱਗੋ, ਮੈਂ ਤੁਹਾਡੇ ਮੱਥੇ ਲੱਗਣਾ ਵੀ ਨਹੀਂ। ਦੋਹਰਾ ਮੈਂ ਤਿਆਗਣ ਤੁਮਰੋ ਕਰਿਓ, ਤੁਮਨੇ ਤਿਆਗੋ ਮੋਹੇ। ਪ੍ਰਿਥਿਆ ਕਹਿੰਦਾ ਕਿ ਮੈਨੂੰ ਤੁਸੀਂ ਕੀ ਤਿਆਗਣਾ ਹੈ। ਹੁਣ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਨੂੰ ਪ੍ਰਿਥੀ ਚੰਦ ਕਹਿ ਰਿਹਾ ਹੈ ਕਿ ਤੁਸੀਂ ਮੈਨੂੰ ਤਿਆਗਿਆ, ਮੈਂ ਤੁਹਾਡਾ ਹੀ ਤਿਆਗ ਕਰ ਦਿੱਤਾ, ਤੁਹਾਨੂੰ ਛੱਡ ਦਿੱਤਾ। ਪਲਟੋ ਮੈਂ ਅਬ ਜਬ ਲੇਹ ਹੋ, ਸ਼ਾਂਤ ਹਿਰਦੇ ਤਬ ਹੋਏ। ਪਰ ਨਾਲ ਹੀ ਚੇਤਾਵਨੀ ਵੀ ਦਿੰਦਾ ਹੈ ਕਿ ਇਹਦਾ ਪਲਟਾ, ਇਹਦਾ ਬਦਲਾ ਮੈਂ ਜ਼ਰੂਰ ਲਵਾਂਗਾ, ਮੈਨੂੰ ਸ਼ਾਂਤੀ ਮਿਲੇਗੀ ਤਾਂ ਹੀ। ਚੌਪੇ ਪਿਤ ਸੁਤ ਜੁਗ ਕੋ ਦੁਖ ਦਿਖਲਾਵੂੰ, ਤੋ ਮੈਂ ਪ੍ਰਿਥਿਆ ਨਾਮ ਧਰਾਵੂੰ। ਹੁਣ ਪ੍ਰਿਥਿਆ
ਇੰਨੇ ਮਾੜੇ ਬੋਲ ਬੋਲਦਾ ਹੈ ਕਿ ਤੁਹਾਨੂੰ ਦੋਵਾਂ ਪਿਓ ਪੁੱਤਰਾਂ ਨੂੰ ਜਿਵੇਂ ਮਾੜੇ ਦਿਨ ਨਾ ਵਿਖਾਏ, ਪੂਰਾ ਦੁਖੀ ਨਾ ਕੀਤਾ। ਤੇ ਮੇਰਾ ਨਾਮ ਹੈ ਪ੍ਰਿਥੀ ਚੰਦ ਨਹੀਂ, ਮੇਰਾ ਨਾਂ ਹੀ ਪ੍ਰਿਥੀ ਚੰਦ ਤਾਂ ਜੇ ਮੈਂ ਵੱਧ ਤੋਂ ਵੱਧ ਤੁਹਾਨੂੰ ਸਾਰੇ ਦੇ ਸਾਰੇ ਦੁੱਖ ਦੇ ਦਿਆਂ। ਤ੍ਰਿਸ ਕਾਰਤ ਕਹੈ ਏਵ ਕਠੋਰਾ, ਉੱਠਿਓ ਨਿਕਸ ਗਮਨਿਓ ਘਰ ਓਰਾ। ਇੰਨੇ ਮਾੜੇ, ਇੰਨੇ ਸਖਤ, ਇੰਨੇ ਅਪਮਾਨਜਨਕ ਬੋਲ ਬੋਲ ਕੇ ਪ੍ਰਿਥਾ ਤੋਂ ਗੁੱਸੇ ਦੇ ਵਿੱਚ ਭਰਿਆ ਹੋਇਆ ਫਿਰ ਦੌੜ ਕੇ ਜਿਵੇਂ ਭੱਜ ਕੇ ਜਾਂਦਾ ਨਾ, ਆਪਣੇ ਘਰ ਨੂੰ ਚਲਾ ਗਿਆ। ਚਲਤ ਜਾਤ ਕਟੁ ਬਾਕ ਉਚਾਰਤ, ਉੱਚੇ ਧੁਣ ਸਭ ਕੋ ਸ਼ਰੁਤ ਡਾਰਤ। ਤੇ ਤੁਰਿਆ ਜਾਂਦਾ ਵੀ ਕੌੜੇ ਬੋਲ ਬੋਲਦਾ, ਉੱਚੀ ਉੱਚੀ ਕਿ ਸਾਰਿਆਂ ਨੂੰ ਸੁਣਾ ਸੁਣਾ ਕੇ ਮਾੜੇ ਬੋਲ ਬੋਲਦਾ ਘਰ ਨੂੰ ਜਾਂਦਾ ਹੈ। ਆਪਣੇ ਸਦਨ ਪ੍ਰਸਿਓ ਜਾਈ, ਮਹਾ ਦੁਖ ਤਰਸ ਬਸ ਨਾ ਬਸਾਈ। ਗੁੱਸੇ ਨਾਲ ਭਰਿਆ ਹੋਇਆ ਬੋਲਦਾ ਹੋਇਆ ਘਰ ਵਿੱਚ ਵੜ ਗਿਆ। ਹੁਣ ਹੋਰ ਤੇ ਕੋਈ ਵਸ ਜਾਂਦਾ ਨਹੀਂ ਸੀ, ਬੋਲ ਹੀ ਸਕਦਾ ਸੀ, ਘਰ ਜਾ ਕੇ ਵੀ ਬੋਲਦਾ ਰਿਹਾ। ਨਿਸਾ ਬਿਖੈ ਸਿਰੇ ਗੁਰੂ ਵਿਚਾਰਾ, ਰਾਰ ਕਰਨ ਮੈਂ ਇਹੋ ਸ਼ਰਵਾਰਾ। ਉੱਧਰੋਂ ਗੁਰੂ ਘਰ ਦੀ ਮਰਿਆਦਾ ਸੀ, ਸ਼ਾਮ ਦਾ ਸਮਾਂ ਹੋਇਆ, ਸੋਧਰ ਦੀ ਚੌਂਕੀ ਲੱਗਣੀ ਸੀ। ਸੋਧਰ ਦਾ ਭੋਗ ਪਾਇਆ ਗਿਆ, ਲੰਗਰ ਜਿੰਨਾ ਜਿੰਨਾ ਕਿਸੇ ਨੇ ਛਕਿਆ, ਕਿਉਂਕਿ ਅੱਜ ਕਲੇਸ਼ ਇੰਨਾ ਸੀ ਔਰ ਪ੍ਰਿਥੀ ਨੇ ਕੀਤਾ ਇੰਨਾ ਸੀ ਕਿ ਸਿੱਖਾਂ ਦੇ ਅੰਦਰ ਵੀ ਪ੍ਰਸ਼ਾਦੇ ਤੇ ਕਿਗਰਾਈ ਜਾਂਦੀ ਨਹੀਂ ਸੀ। ਪਰ ਥੋੜ੍ਹਾ ਬਹੁਤ ਜਿੰਨਾ ਜਿੰਨਾ ਵੀ ਕਿਸੇ ਨੇ ਛਕਿਆ, ਲੰਗਰ ਛਕਾਇਆ ਗਿਆ। ਰਾਤ ਪੈ ਗਈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਰਾਤ ਸੌਣ ਤੋਂ ਪਹਿਲੋਂ ਵਿਚਾਰ ਕਰਦੇ ਨੇ ਕਿ ਰਾਰ ਕਰਨ ਮੈਂ ਇਹੋ ਛਲਵਾਰਾ, ਕਿ ਝਗੜਾ ਕਰਨ ਦੇ ਵਿੱਚ, ਛਲ ਕਰਨ ਦੇ ਵਿੱਚ ਇਹ ਨੰਬਰ 1 ਹੈ। ਪ੍ਰਿਥੀ ਚੰਦ ਵਰਗਾ ਛਲ ਕੋਈ ਨਹੀਂ ਕਰ ਸਕਦਾ, ਕਪਟੀ ਬੜਾ ਹੈ। ਅਣਕ ਬਿਗਣ ਕੋ ਠਾਨ ਉਪਾਏ, ਨ ਇਹ ਟਰੇ ਕੋ ਮਤ ਕੋ ਪਾਏ। ਸਤਿਗੁਰੂ ਜੀ ਵਿਚਾਰ ਕਰਦੇ ਨੇ ਕਿ ਇਹ ਅੱਗੇ ਰੁਕਾਵਟਾਂ ਪਾਏਗਾ, ਵਿਗਣ ਪਾਏਗਾ, ਖੋਟੀ ਮਤ ਵਾਲਾ ਹੈ, ਇਹਨੇ ਟਲਣਾ ਨਹੀਂ। ਤਨ ਤਿਆਗਣ ਕੋ ਸਮਾ ਸੁਆਇਵ, ਜਿਮ ਸ਼੍ਰੀ ਅਮਰ ਬਾਗ ਫੁਰਮਾਇਵ। ਤੇ ਧੰਨ ਗੁਰੂ ਰਾਮਦਾਸ ਜੀ ਵਿਚਾਰ ਕਰਦੇ ਨੇ ਹੁਣ ਸਰੀਰ ਛੱਡਣ ਦਾ ਵੀ ਸਮਾਂ ਆ ਗਿਆ ਹੈ। ਜਿਵੇਂ ਧੰਨ ਗੁਰੂ ਅਮਰਦਾਸ ਜੀ ਬਚਨ ਕਰਕੇ ਗਏ ਸਨ, ਉਹ ਸਮਾਂ ਪੂਰਾ ਹੋ ਗਿਆ ਹੈ। ਹਮ ਕੋ ਉਚਿਤ ਕਰਨ ਸੋ ਕੀਨਾ, ਜਤਾ ਹੁਕਮ ਪਰਮੇਸ਼ਰ ਦੀਨਾ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਸਾਡੇ ਵਾਸਤੇ ਵੀ ਉਚਿਤ ਇਹੀ ਹੈ ਕਿ ਜਿਵੇਂ ਰੱਬ ਨੇ, ਪ੍ਰਭੂ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਹੈ, ਉਸੇ ਤਰ੍ਹਾਂ ਹੀ ਕਰਨਾ ਹੈ। ਨਿਕਟ ਨਾ ਰਹੇ ਹੈ ਪ੍ਰਿਥਿਆ ਤਬੈ, ਹਮ ਤਨ ਤਿਆਗਣ ਕਰ ਹੈ ਜਬੈ। ਬਾਬਾ ਬੁੱਢਾ ਸਾਹਿਬ ਜੀ ਕੋਲ ਬੈਠੇ ਨੇ, ਹੋਰ ਸਿੱਖ ਕੋਲ ਬੈਠੇ ਨੇ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਸਾਹਿਬ ਜੀ ਸਿੱਖਾਂ ਨਾਲ ਬਚਨ ਕਰਦੇ ਨੇ ਕਿ ਭਾਈ ਬੁੱਢਾ ਜਿਸ ਸਰੀਰ ਨੂੰ ਤਿਆਗਣਾ ਹੈ, ਪਰ ਮੈਂ ਇਹ ਚਾਹੁੰਦਾ ਕਿ ਜਦੋਂ ਸਰੀਰ ਨੂੰ ਛੱਡਾਂ ਪ੍ਰਿਥਿਆ ਮੇਰੇ ਕੋਲ ਨਾ ਹੋਵੇ। ਦੇਖੋ, ਇੱਕ ਪਿਓ ਆਪਣੇ ਪੁੱਤਰ ਵਾਸਤੇ ਇਹ ਜਦੋਂ ਬੋਲ ਕਹਿੰਦਾ ਹੋਵੇ ਤਾਂ ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਪੁੱਤਰ ਕਿੰਨਾ ਕੁ ਕਪੱਤਾ ਹੋਵੇਗਾ, ਕਿੰਨਾ ਕੁ ਦੁੱਖ ਦਿੱਤਾ ਹੋਵੇਗਾ। ਕਿ ਸਰੀਰ ਨੂੰ ਛੱਡਣਾ, ਮੈਂ ਚਾਹੁੰਦਾ ਕਿ ਪ੍ਰਿਥਿਆ ਮੇਰੇ ਕੋਲ ਨਾ ਹੋਵੇ, ਅਸੀਂ ਪ੍ਰਿਥਿਆ ਦੇ ਸਾਹਮਣੇ ਸਰੀਰ ਵੀ ਨਾ ਛੱਡੀਏ। ਕਰਤਾ ਇਹੋ ਉਤਪਾਤ ਬਿਲਾਸਾ, ਸ੍ਰੀ ਅਰਜਨ ਤੇ ਰਹੇ ਨਿਰਾਲਾ। ਇਹ ਉਤਪਾਦ ਕਰਦਾ, ਝਗੜੇ ਬੜੇ ਕਰਦਾ, ਔਰ ਇਹਨੇ ਧੰਨ ਗੁਰੂ ਅਰਜਨ ਦੇਵ ਜੀ ਤੋਂ ਰਹਿਣਾ ਵੱਖਰਾ ਹੀ ਹੈ। ਪਰ ਵੱਖਰਾ ਵੀ ਰਵੇ ਤਾਂ ਗੱਲ ਕੋਈ ਨਹੀਂ, ਇਹਨੇ ਵੱਖਰਾ ਰਹਿਣਾ ਵੀ ਨਹੀਂ ਔਰ ਇਹਨੇ ਆਪਣੀ ਕਰਤੂਤਾਂ ਤੋਂ ਟਲਣਾ ਵੀ ਨਹੀਂ। ਇਹ ਠਾਂ ਬਣੇ ਨਾ ਨਿੱਕੀ ਬਾਤੇ, ਗੋਬਿੰਦਵਾਲ ਚਲੇ ਉੱਠ ਪ੍ਰਾਤੇ। ਭਾਈ ਬੁੱਢਾ ਜੀ ਇਸ ਥਾਂ 'ਤੇ ਰਹਿ ਕੇ ਚੰਗੀ ਗੱਲ ਨਹੀਂ ਬਣਨੀ, ਨਹੀਂ ਚੰਗੀ। ਸਰੀਰ ਨੂੰ ਛੱਡਣਾ ਹੈ, ਸਰੀਰ ਨੂੰ ਤਿਆਗਣਾ ਹੈ, ਅਤੇ ਸਾਰਿਆਂ ਨੂੰ ਸਰੀਰ ਛੱਡਣ ਤੋਂ ਪਹਿਲਾਂ ਹੌਸਲਾ ਦੇਣਾ। ਪਰ ਇਹਨੇ ਹੌਸਲਾ ਦੇਣ ਕਿੱਥੇ ਦੇਣਾ, ਝਗੜਾ ਕਰੇਗਾ। ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ, ਪ੍ਰਭਾਤ ਵੇਲੇ ਕਿ ਤਿਆਰੀ ਕਰੋ, ਆਪਾਂ ਗੋਬਿੰਦਵਾਲ ਸਾਹਿਬ ਨੂੰ ਚੱਲੇ ਪਾਉਣੇ ਨੇ। ਸ੍ਰੀ ਗੁਰ ਅਮਰਦਾਸ ਕੇ ਨੰਦ,
ਮੋਹਣ ਸੁਮਤ ਮੋਹਰੀ ਚੰਦ ਕਿ ਚਲੋ ਭਾਈ ਜੀ ਗੋਬਿੰਦਵਾਲ ਸਾਹਿਬ ਚੱਲੀਏ। ਧੰਨ ਗੁਰੂ ਅਮਰਦਾਸ ਜੀ ਦੇ ਸੁਪੁੱਤਰ, ਉਹਨਾਂ ਦੇ ਨੰਦਨ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ ਬੜੇ ਸਿਆਣੇ ਨੇ। ਸ੍ਰੀ ਅਰਜਨ ਕੇ ਬਾਹਾਂ ਗਹਾਏ, ਤੀਰ ਬਿਪਾਸਾ ਚਲੇ ਸਮਾਏ। ਚਲੋ ਉਸ ਬਿਆਸ ਦਰਿਆ ਦੇ ਕੰਢੇ 'ਤੇ ਜਾ ਕੇ ਸਮਾਵਾਂਗੇ। ਸ੍ਰੀ ਅਰਜਨ ਦੇਵ ਜੀ ਦਾ ਹੱਥ, ਉਹਨਾਂ ਦੀ ਬਾਂਹ, ਮੋਹਣ ਜੀ ਨੂੰ, ਮੋਹਰੀ ਜੀ ਨੂੰ, ਇਹਨਾਂ ਦੇ ਮਾਮਾ ਜੀ ਨੂੰ ਫੜਾ ਕੇ ਜਾਵਾਂਗੇ। ਨਿਕਟ ਹਕਾਰਨ ਕੀਨਸ ਭਾਨੀ, ਸਰਬ ਭੇਦ ਸਮਝਾਏ ਮਹਾਨੀ। ਬਾਬਾ ਬੁੱਢਾ ਸਾਹਿਬ ਜੀ ਨਾਲ ਵਿਚਾਰਾਂ ਕੀਤੀਆਂ। ਫਿਰ ਧੰਨ ਗੁਰੂ ਰਾਮਦਾਸ ਜੀ ਨੇ ਆਪਣੇ ਮਹਿਲ, ਸਾਡੇ ਮਾਤਾ ਤੇ ਜਿਨ੍ਹਾਂ ਨੂੰ ਜਗਤ ਬੀਬੀ ਕਹਿੰਦਾ ਹੈ, ਬੀਬੀ ਭਾਨੀ ਜੀ, ਉਹਨਾਂ ਨੂੰ ਆਪਣੇ ਕੋਲ ਬੁਲਾਇਆ ਹੈ। ਗੋਬਿੰਦਵਾਲ ਪ੍ਰਾਤ ਕੋ ਚਲੀਐ, ਨਹਿਰ ਬਿਖੈ ਅਖਲ ਸੰਗ ਮਿਲੀਐ। ਕਹਿੰਦੇ ਨੇ ਕਿ ਭਾਨੀ ਜੀ ਸਵੇਰੇ ਅੰਮ੍ਰਿਤ ਵੇਲੇ ਸਵੇਰੇ ਗੋਬਿੰਦਵਾਲ ਸਾਹਿਬ ਚੱਲੀਏ। ਉੱਥੇ ਜਾ ਕੇ ਨਹਿਰ ਦਾ ਅਰਥ ਹੁੰਦਾ ਪੇਕੇ, ਕਿ ਤੁਹਾਡੇ ਪੇਕਿਆਂ ਨੂੰ ਜਾ ਕੇ ਰਿਸ਼ਤੇਦਾਰਾਂ ਨੂੰ ਮਿਲਾਂਗੇ। ਪੁਨ ਭਾਏ ਬੁੱਢਾ ਸਮਝਾਇਓ, ਪੌਰ ਹੋਤ ਤਿਆਰੀ ਕਰਵਾਇਓ। ਫਿਰ ਧੰਨ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਵੀ ਚੰਗੀ ਤਰ੍ਹਾਂ ਸਮਝਾਇਆ ਕਿ ਸਵੇਰੇ ਦਿਨ ਚੜ੍ਹਨ ਤੋਂ ਪਹਿਲੋਂ ਸਾਰੀ ਤਿਆਰੀ ਕਰਵਾਉਣੀ ਹੈ, ਕਿ ਦਿਨ ਚੜ੍ਹਨ ਤੋਂ ਪਹਿਲੋਂ ਇੱਥੋਂ ਆਪਾਂ ਚਾਲੇ ਪਾਉਣੇ ਨੇ। ਕਰ ਕਰ ਖਾਨ ਪਾਨ ਕੋ ਕਰਕੇ, ਸੁਪਤ ਜਥਾ ਸੁਖ ਸਹਿਜਾ ਪਰਕੈ। ਕਹਿੰਦੇ ਜਿੰਨਾ ਜਿੰਨਾ ਪ੍ਰਸ਼ਾਦਾ ਕਿਸੇ ਨੇ ਛਕਣਾ ਸੀ, ਖਾਣ ਪਾਣ ਕੀਤਾ। ਸੌਣ ਵਾਸਤੇ ਭਾਵੇਂ ਗਏ ਤੇ ਆਪਣੇ ਟਿਕਾਣੇ 'ਤੇ ਜ਼ਰੂਰ, ਪਰ ਅੱਜ ਨੀਂਦ ਕਿਹਨੂੰ ਆਉਣੀ ਸੀ? ਰਾਤ ਸਿੱਖ ਜਿਹੜੇ ਨੇ ਸੁੱਤੇ ਨਹੀਂ, ਕਿ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਇਹ ਅੰਮ੍ਰਿਤਸਰ ਵਸਾਇਆ, ਜਿਨ੍ਹਾਂ ਦੀ ਇਹ ਨਗਰੀ ਹੈ, ਅੱਜ ਸਰੀਰ ਨੂੰ ਛੱਡਣਾ ਤੇ ਘਰ ਨੂੰ ਛੱਡ ਕੇ ਹੋਰ ਥਾਂ 'ਤੇ ਚੱਲੇ ਨੇ। ਔਰ ਬੇਨਤੀ ਕਰਦੇ, ਧੰਨ ਗੁਰੂ ਰਾਮਦਾਸ ਜੀ ਉੱਥੋਂ ਸਰੀਰ ਲੈ ਕੇ ਗਏ, ਪਰ ਆਪ ਅੱਜ ਵੀ ਉੱਥੇ ਹੀ ਨੇ। ਸਰੀਰ ਨੂੰ ਛੱਡਣਾ ਹੈ, ਸਰੀਰ ਲੈ ਕੇ ਗਏ, ਪਰ ਆਪ ਅੱਜ ਵੀ ਉਸੇ ਥਾਂ 'ਤੇ ਨੇ। ਪਰ ਸਿੱਖਾਂ ਦੇ ਅੰਦਰ ਤਾਂ ਸਰੀਰਾਂ ਨਾਲ ਵੀ ਪਿਆਰ ਸੀ ਨਾ। ਤਵੈ ਜਾਮ ਜਾਮਨੇ ਤੇ ਉੱਠ ਜਾਗੇ, ਨਿਤ ਕੇ ਕਿਰਿਆ ਕਰਨ ਕੋ ਲਾਗੇ। ਗੱਲਾਂ ਬਾਤਾਂ ਕਰਦਿਆਂ ਰਾਤ ਸਮਾਂ ਨਿਕਲਿਆ। ਕੁਝ ਸਮਾਂ ਜਿਹੜਾ ਆਰਾਮ ਕੀਤਾ, ਤੇ ਨਿਤ ਦੀ ਤਰ੍ਹਾਂ ਭਾਵੇਂ ਰਾਤ ਲੇਟ ਸੁੱਤੇ, ਅੱਧੀ ਰਾਤ ਤੋਂ ਵੱਧ ਤੱਕ ਬਚਨ ਬਿਲਾਸ ਹੁੰਦੇ ਰਹੇ, ਪਰ ਜਿਹੜਾ ਨੇਮ ਸੀ ਪਹਿਰ ਰਾਤ ਰਹਿੰਦਿਆਂ ਜਾਗਣਾ। ਧੰਨ ਗੁਰੂ ਰਾਮਦਾਸ ਜੀ ਉੱਥੇ ਸਮੇਂ ਉੱਠ ਕੇ ਸੋਚੇ ਇਸ਼ਨਾਨ ਕੀਤਾ। ਕਰ ਮੱਜਣ ਨਿਜ ਬ੍ਰਿਤੀ ਟਿਕਾਈ, ਆਨੰਦਾ ਤਮ ਵਿਖੈ ਸਮਾਈ। ਇਸ਼ਨਾਨ ਪਾਣ ਕਰਕੇ ਨਿਤ ਦੀ ਤਰ੍ਹਾਂ ਕੁਝ ਸਮਾਂ ਅੰਦਰ ਆਤਮੇ ਵਿੱਚ ਬਿਰਤੀ ਟਿਕਾਈ, ਨੇਮ ਨੂੰ ਨਿਭਾਇਆ। ਦਵੈ ਘਟਕਾ ਜਬ ਜਾਮਣ ਰਹੀ, ਛੁਟੇ ਸਮਾਦ ਦੇਹ ਸੁਧ ਲਹੀ। ਅੱਗੇ ਸਤਿਗੁਰੂ ਜੀ ਆਪਣੇ ਨੇਮ ਨੂੰ ਨਿਭਾਉਂਦਿਆਂ ਅੰਦਰ ਬਿਰਤੇ ਵਿੱਚ ਜੁੜ ਕੇ ਬੈਠਦੇ ਸਨ, ਕਿ ਜਦੋਂ ਦਿਨ ਦਾ ਚੜ੍ਹਦਾ ਸੀ ਫਿਰ ਉੱਠ ਕੇ ਬਾਹਰ ਆਉਂਦੇ ਸਨ। ਆਸਾ ਕੀ ਵਾਰ ਦਾ ਕੀਰਤਨ ਵੀ ਦਿਨ ਚੜ੍ਹੇ ਸ਼ੁਰੂ ਹੁੰਦਾ ਸੀ। ਪਰ ਅੱਜ 2 ਘੜੀਆਂ ਹਜੇ ਦਿਨ ਦੇ ਚੜ੍ਹਾਅ ਦੇ ਵਿੱਚ ਬਾਕੀ ਹੈ, ਜਿਹਨੂੰ ਆਪਾਂ ਸ਼ਬਦ ਵਰਤਨੇ ਕਿ ਮੂੰਹ ਹਨੇਰਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਚੌਂਕੜਾ ਖੋਲ੍ਹਿਆ। ਕਹਿ ਕਰ ਸਭ ਤੇ ਤਿਆਰੀ ਕਰਵਾਏ, ਸ੍ਰੀ ਅਰਜਨ ਭਾਨੀ ਸੰਗ ਜਾਏ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਰਾਤ ਹੀ ਸਮਝਾ ਦਿੱਤਾ ਸੀ ਕਿ ਸਵੇਰੇ ਦਿਨ ਦੇ ਚੜ੍ਹਾਅ ਤੋਂ ਪਹਿਲੋਂ ਚਾਲੇ ਪਾਉਣੇ ਨੇ। ਤਿਆਰੀ ਸਾਰੀ ਸੀ। ਔਰ ਜਦੋਂ ਧੰਨ ਗੁਰੂ ਰਾਮਦਾਸ ਜੀ ਨੇ ਵੇਖਿਆ ਭਈ ਤਿਆਰੀ ਹੈ, ਧੰਨ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੀ ਮਾਤਾ, ਸਾਡੀ ਮਾਤਾ ਭਾਨੀ ਜੀ ਦੇ ਨਾਲ ਪਹਿਲੋਂ ਅੱਗੇ ਗੱਡੇ 'ਤੇ ਰੱਥ 'ਤੇ ਬਿਠਾ ਕੇ ਤੋਰਿਆ ਹੈ। ਪ੍ਰਥਮ ਪੰਥ ਇਨ ਗਮਨ ਕਰਾਇਵ, ਕੇਤਕ ਸਿੱਖ ਦਾਸ ਸੰਗ ਲਾਏ ਹੋ। ਕਹਿੰਦੇ ਪਹਿਲੋਂ ਇਹਨਾਂ ਨੂੰ ਰੱਥ 'ਤੇ ਬਿਠਾ ਕੇ ਅੱਗੇ ਤੋਰਿਆ। ਇਹਨਾਂ ਦੇ ਨਾਲ ਕੁਝ ਸਿੱਖ
ਕੁਝ ਸੇਵਕ ਨੇ ਜਿਹੜੇ ਉਹ ਨਾਲ ਤੋਰ ਦਿੱਤੇ। ਗੁਰ ਆਰੂੜ ਹੋਏ ਪ੍ਰਸਥਾਨੇ, ਲਏ ਸਿੱਖ ਸੰਗ ਪ੍ਰੇਮ ਮਹਾਨੇ। ਔਰ ਬਹੁਤਾ ਸਮਾਂ ਨਹੀਂ ਪਾਇਆ, ਅੱਗੇ ਤੋਰ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਸਵਾਰ ਹੋ ਗਏ। ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਨਾਲ ਨੇ। ਪ੍ਰਿਥਿਆ ਸੁਪਤ ਤਜਿਉ ਕਰਮ ਮਾਹੀ, ਗੁਰ ਰੁਖ ਲਖ ਕਿਨ ਸੁਧ ਦਿਆ ਨਾਹੀ। ਪ੍ਰਿਥਿਆ ਹਜੇ ਘਰ ਦੇ ਵਿੱਚ ਸੁੱਤਾ ਹੈ, ਕਿਉਂਕਿ ਅੰਮ੍ਰਿਤ ਵੇਲਾ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਉਹ ਪ੍ਰਬੰਧਕ ਹੈ ਨਾ, ਉਹਨੇ ਪ੍ਰਬੰਧ ਕਰਨਾ ਹੈ, ਉਹਨੇ ਗੋਲਕ ਸਾਂਭਣੀ ਹੈ, ਰੁਪਈਆ ਸਾਂਭਣਾ ਹੈ। ਤੇ ਉਹ ਸਾਂਭਣ ਵਾਲਾ ਕੰਮ ਤੇ ਆਸਾ ਕਿਵਾਰ ਦੇ ਭੋਗ ਤੋਂ ਬਾਅਦ ਹੀ ਹੁੰਦਾ ਹੈ। ਔਰ ਬਹੁਤਾਤ ਖਿਮਾ ਕਰਨਾ ਕਿ ਪ੍ਰਬੰਧਕ ਹੁੰਦੇ ਇਸੇ ਸ਼੍ਰੇਣੀ ਵਿੱਚ ਹੀ ਨੇ। ਬਹੁਤ ਘੱਟ ਨੇ ਕਿ ਗ੍ਰੰਥੀ ਸਿੰਘ ਤੋਂ ਪਹਿਲੋਂ ਆ ਕੇ ਉਹ ਪ੍ਰਕਾਸ਼ ਹੋ ਗੁਰੂ ਸਾਹਿਬ ਦਾ ਆਪ ਨਾਲ ਕਰਾਉਂਦੇ ਨੇ, ਪਰ ਬਹੁਤ ਘੱਟ ਨੇ। ਪ੍ਰਬੰਧਕਾਂ ਦੀ ਗਿਣਤੀ ਜ਼ਿਆਦਾ ਇਹ ਹੈ ਕਿ ਅਸੀਂ ਲੈਣਾ ਕੀ ਹੈ, ਸਾਡਾ ਕੰਮ ਬਾਹਰ ਦਾ ਹੈ। ਖੈਰ ਇਹ ਪ੍ਰਿਥਿਆ ਉੱਥੇ ਸੁੱਤਾ ਰਹਿ ਗਿਆ। ਔਰ ਗੁਰੂ ਕੇ ਸਿੱਖਾਂ ਨੇ ਵੀ ਜਦੋਂ ਗੁਰੂ ਸਾਹਿਬ ਦਾ ਰੁੱਖ ਦੇਖਿਆ ਕਿ ਪ੍ਰਿਥਿਆ ਨਾਲ ਤੇ ਲੈਣਾ ਦੇਣਾ ਨਹੀਂ, ਇਹਦੇ ਕਰਕੇ ਛੱਡ ਕੇ ਜਾਣਾ ਹੈ। ਕਿਸੇ ਨੇ ਪ੍ਰਿਥੀ ਚੰਦ ਨੂੰ ਜਾ ਕੇ ਦੱਸਿਆ ਵੀ ਨਹੀਂ, ਉਠਾਇਆ ਨਹੀਂ। ਭਾਦਰੋਂ ਸੁਦੇ ਪ੍ਰਤਪਦਾ ਦਿਨ ਕੋ, ਗੁਰਤਾ ਤਿਲਕ ਦੇਣ ਅਰਜਨ ਕੋ। ਕਹਿੰਦੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ, ਭਾਦਰੋਂ ਸੁਦੇ ਦਾ ਏਕਮ ਵਾਲਾ ਦਿਨ ਸੀ। ਚੜੇ ਦੂਜ ਕੇ ਦਿਓਸ ਕਿਰਪਾਲ, ਆਣ ਪਹੁੰਚੇ ਗੋਬਿੰਦਵਾਲ। ਤੇ ਭਾਦਰੋਂ ਸੁਦੇ ਦੂਜ ਉਹ ਜਿਹੜਾ ਦਿਨ ਦਾ ਚੜ੍ਹਾਅ ਹੈ, ਅਸਲ ਵਿੱਚ ਜਦੋਂ ਧੁੱਪ ਚੰਗੀ ਚੜ੍ਹੀ ਕੁਝ, ਉਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਗੋਬਿੰਦਵਾਲ ਸਾਹਿਬ ਪਹੁੰਚ ਗਏ। ਏਕਮ ਵਾਲੇ ਦਿਨ ਗੁਰਤਾ ਗੱਦੀ ਮਿਲੀ, ਔਰ ਭਾਦੋਂ ਸੁਦੇ ਦੂਜ ਵਾਲੇ ਦਿਨ ਗੋਬਿੰਦਵਾਲ ਸਾਹਿਬ ਪਹੁੰਚੇ। ਕੁਛ ਕਰਹਿ ਦਿਨ ਪ੍ਰਵਿਸੇ ਪੁਰਮ ਮੈਂ, ਦੇਖਤ ਹਰਖ ਭਰੇ ਗੁਰ ਉਰਮੈ। ਗੋਬਿੰਦਵਾਲ ਸਾਹਿਬ ਸਤਿਗੁਰੂ ਜੀ ਆਏ, ਕੁਝ ਦਿਨ ਇੱਥੇ ਰਹਿ ਕੇ ਬਤੀਤ ਕੀਤੇ। ਗੋਬਿੰਦਵਾਲ ਸਾਹਿਬ ਦੇ ਸਿੱਖ ਸੰਗਤਾਂ ਵੇਖੇ, ਦਰਸ਼ਨ ਕੀਤੇ, ਸਾਰੀਆਂ ਬੜੀਆਂ ਖੁਸ਼ ਨੇ। ਜਾਏ ਚੁਬਾਰੇ ਬੰਧਨ ਠਾਨੀ, ਤਬੇ ਮੋਹਰੇ ਨੇ ਸੁਧ ਜਾਨੀ। ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਚੁਬਾਰੇ ਤੇ ਗਏ। ਬਾਬਾ ਮੋਹਨ ਜੀ ਚੁਬਾਰੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਨੇ ਜਾ ਕੇ ਜਦੋਂ ਨਮਸਕਾਰ ਕੀਤੀ, ਤੇ ਬਾਬੇ ਮੋਹਨ ਜੀ ਨੂੰ ਉਦੋਂ ਪਤਾ ਲੱਗਿਆ ਕਿ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਆਏ ਨੇ। ਕਰੇ ਉਤਾਇਲ ਮਿਲ ਬੇ ਆਇਓ, ਆਪਸ ਮੈਂ ਬੰਦਤ ਹਰ ਖਾਇਓ। ਨਮਸਕਾਰ ਕੀਤੀ ਬਾਬਾ ਮੋਹਨ ਜੀ ਨੇ, ਔਰ ਛੇਤੀ ਦੇ ਨਾਲ ਚੁਬਾਰੇ ਤੋਂ ਥੱਲੇ ਆਇਆ ਮਿਲਣ ਵਾਸਤੇ। ਭੈਣ ਭਾਨੀ ਨੂੰ ਮਿਲਣਾ ਹੈ, ਭਣੇਵੇਂ ਅਰਜਨ ਦੇਵ ਜੀ ਨੂੰ ਮਿਲਣਾ ਹੈ। ਆ ਕੇ ਨਮਸਕਾਰ ਕਰਕੇ ਇੱਕ ਦੂਜੇ ਨੂੰ ਮਿਲ ਕੇ ਬੜੀ ਖੁਸ਼ੀ ਵਧਾਈ। ਲੈ ਆਪਣੇ ਗ੍ਰਹਿ ਕੋ ਤਬ ਗਇਓ, ਮਿਲਣ ਕੁਟੰਬ ਸਭਨ ਕੋ ਭਇਓ। ਬਾਬਾ ਮੋਹਨ ਜੀ ਸਾਰੇ ਨੂੰ ਨਾਲ ਲੈ ਕੇ ਘਰ ਦੇ ਵਿੱਚ ਗਏ। ਸਾਰੇ ਪਰਿਵਾਰ, ਸਾਰੇ ਰਿਸ਼ਤੇਦਾਰਾਂ ਨੂੰ ਜਾ ਕੇ ਮਿਲਾਇਆ। ਪੁਣ ਭਾਨੇ ਸਭ ਸੋ ਮਿਲ ਰੋਏ, ਬੜ ਚਿੰਤਾ ਮਹਿ ਵਿਆਕੁਲ ਹੋਈ। ਔਰ ਬੇਬੇ ਭਾਨੀ ਜੀ ਕਿਉਂਕਿ ਪੇਕੇ ਆਏ ਨੇ, ਭਰਜਾਈਆਂ ਨੇ, ਪੇਕੇ ਵਾਲੇ ਨੇ, ਬਾਬਾ ਮੋਹਰ ਜੀ, ਮੋਹਣੀ ਜੀ ਭਰਾ ਨੇ, ਉਹਨਾਂ ਸਾਰਿਆਂ ਨੂੰ ਮਿਲ ਕੇ ਨਾ ਰੋ ਪਏ। ਅੰਦਰ ਚਿੰਤਾ ਸੀ, ਚਿੰਤਾ ਕਰਕੇ ਵਿਆਕੁਲ ਹੋ ਗਏ। ਤੇ ਚਿੰਤਾ ਕਹਿੰਦੇ ਸੀ, ਇੱਕ ਤੋਂ ਜਗ ਗੁਰ ਕੇਰ ਚਲਾਨੋ, ਬਹੁਰ ਸੁਤਨ ਮਹਿ ਝਗਰ ਮਹਾਨੋ। ਇੱਕ ਤੇ ਜਗਤ ਗੁਰੂ ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਗੁਰੂ ਵੀ ਨੇ, ਪਤੀ ਵੀ ਨੇ, ਔਰ ਅਕਾਲ ਚਲਾਣਾ ਕਰਨਾ ਹੈ, ਸਰੀਰ ਨੂੰ ਛੱਡ ਕੇ ਜਾਣਾ ਹੈ। ਚਿੰਤਾ ਇਸ ਗੱਲ ਦੀ ਵੀ ਹੈ। ਤੇ ਦੂਜਾ ਜਿਹੜੇ ਪੁੱਤਰਾਂ ਦੇ ਵਿੱਚ ਇਹ ਝਗੜਾ ਹੋਇਆ, ਅਸਲ ਵਿੱਚ ਕੀਤਾ ਤੇ ਇੱਕ ਨਹੀਂ, ਪ੍ਰਿਥੀ ਚੰਦ ਨੇ। ਇਹ ਵੀ ਚਿੰਤਾ ਸੀ ਕਿ ਪਤਾ ਨਹੀਂ ਝਗੜਾ ਕਿੰਨਾ ਕੁ ਵਧੇਗਾ। ਉੱਠੇ ਉਪਾਦ ਵਿਚਾਰਤ ਰੋਵਤ, ਪਿਤਾ ਬਾਕ ਸਾਚੋ ਹੋਏ ਜੋਵਤ। ਬੀਬੀ ਭਾਨੀ ਜੀ ਇਸ ਕਰਕੇ ਕੁਝ ਵਿਆਕੁਲ ਨੇ, ਕੁਝ ਰੋ ਰਹੇ ਨੇ ਕਿ ਕਲੇਸ਼ ਜਿਹੜਾ ਪੈਦਾ ਹੋਇਆ ਹੈ,
ये किन्ना कु वधेगा, कित्थे को जाके रुकेगा। और नाल एक थां ते खुशी भी है, धन गुरु पिता गुरु अमरदास दे बोलन भी याद करते हैं कि अपरण कुल मैं है जात गुराई, मैं बर ले निज सदन टिकाई। कि यह गुरियाई होर थां ते चली जानी सी। बीबी भानी जी कहते कि मैं गुरु साहब तो बचन ले ले, उन्होंने तो बचन लैके गुरियाई रुकी। और ये बचन गुरु साहब जी ने कहे सन कि गुरता तो रहेगी, पर इत्थे लक्ष्मी का फेरा भी रहना है। और जिथे लक्ष्मी होवे उत्थे झगड़े हुंदे ही ने, उत्थे कलेश पैंदे ही ने। गुरता रुके कलेश विशाल, पिता ने कहो बाक इस ढाल। कि धन गुरु अमरदास गुरु पिता जी ने वचन कहे सन, गुरता तो रहेगी पर नाल कलेश भी रहणगे, घर दे विच कलेश रहणगे। या ते मैं जानो उत्पात, होवेंगे बिगड़े सब बात। इस करके बीबी भानी जी कहते मैं जानदी हाँ गुरु पिता ने जिहड़े बोल कहे ने वो तो टल ने। ये कलेश किन्ना कु वधेगा, चिंता इस करके। और कलेश इस हद तक वधिया सी कि जदों तक पृथ्वी मर मुक नहीं गया उन्हें खेड़ा छड्डिया ही नहीं। और ये आप सब जानते हो कि धन गुरु अर्जन देव जी नूं शहीद कराउण विच पूरा जोर पृथ्वी ने आप लाया सी। इम समझाए संग पर जाए, गल बिल रुदत पई चिरताई। कहते इस तरह दी गल्लां बातां करके बीबी भानी जी भरजाई दे गल लग के कुछ समय उत्थे व्याकुल हुंदे रहे, रोंदे रहे। पुण सब त्रियण दीन दिलासा, पहुँच बदन को बैठत पासा। बीबियां ने मिल के बीबी भानी जी नूं फिर हौसला दिता। अपनी चुन्नी दे नाल पल्ले दे नाल बीबी भानी जी दे मूँह नूं पूंजदियां ने, कोल बिठाया है। पुण गुर टिक मोहन चले आयो, नमो परस पारे कर सुख पायो। बीबी भानी जी नूं धन गुरु अर्जन देव जी नूं घर छड्डण तो बाद कुछ समय बैठण तो बाद बाबा मोहन जी फिर धन गुरु रामदास जी दे कोल आया। आके फिर एक बारी नमस्कार की, सुख शांत पूछी। अपर लोक सियाणे सब आए, कर कर नमो थिरे तिस थाए। होर जिन्ने सियाणे सिख सन जिन्हों ने सुनिया कि धन गुरु रामदास जी आए ने, सारे चल के आए, सब ने आके नमस्कार की। तब पृथ्वी की बात सुनाई, बिगर परयो बहु करे लड़ाई। हुण बाबा मोहन जी बीबी भानी जी तो सुन के आए सन, सिख नाल आए सन, ते गल ते पहुँचती अगे तक कि बाबे पृथ्वी चंद की गल चली कि सुनिया उन्हें बड़ा उत्पाद किया है, बड़ी लड़ाई की, घर दे विच कलेश बड़ा छेड़िया है। अपमानत दुर्बैन बखाने, यह आए चल खोटो जाने। और सतगुरु धन गुरु रामदास जी उन्हें तो आप जी का अपमान भी किया है। तो सतगुरु जी कहते हैं यह आए चल खोटे जाने। खोटा है ना, अंदर का खोटा है, उन्होंने खोटा जान के तो सिथे चल के आए। श्री अर्जन थिरकार निज थाने, गुर चाहस तन त्यागन सिधाने। सतगुरु जी कहते हैं श्री गुरु अर्जन देव जी को अपनी थां ते बिठा के भाई सिखो, असी हुण चाहुंदे हाँ कि इस शरीर को छड्ड के जाइए, क्योंकि परमेश्वर का हुक्म इस तरह का है। और धन गुरु रामदास जी के शरीर की आरबला जी देखिए तो उस वेले तो भर जवान सन, 47 साल की उम्र, क्योंकि हुण तो 50 कुछ साल का बुढ़ा होने लग गया बंदा, उदों तो 50 साल का जवान हुंदा सी पूरा ही। काला दाड़ा है, लंबा दाड़ा है, 47 साल की उम्र है। और जो गुरु साहब जी कहते हैं असीं चाहुंदे कि हुण शरीर नूं छड्ड के जाना है। सुनत दो भरातन दुख माना, कीन अजोग ना बणियो सियाणा। ये सुन के बाबा मोहन जी बाबा मोहरी जी दोनों भरावां ने बड़ा दुख मनाया। एक तो शरीर छड्ड के जाना है,
ਤੇ ਦੂਜਾ ਦੁੱਖ ਇਸ ਕਰਕੇ ਮਨਾਇਆ ਕਿ ਪ੍ਰਿਥੀਆ ਸਿਆਣਾ ਨਹੀਂ ਬਣਿਆ, ਬੜਾ ਅਜੋਗ, ਬੜਾ ਮਾੜਾ ਕੰਮ ਕੀਤਾ ਹੈ ਕਿ ਘੱਟੋ ਘੱਟ ਗੁਰੂ ਨਹੀਂ ਤੇ ਆਪਣਾ ਪਿਤਾ ਹੀ ਜਾਣ ਕੇ ਕੋਈ ਇਸ ਤਰ੍ਹਾਂ ਬੋਲਣਾ ਤਾਂ ਨਹੀਂ ਸੀ ਚਾਹੀਦਾ। ਹਮਣੇ ਪ੍ਰਥਮ ਤਾਹੇ ਕੋ ਹੇਰਾ, ਕਰੇ ਕੁਕਾਜ ਲੋਭ ਕੋ ਪ੍ਰੇਰਾ। ਔਰ ਬਾਬਾ ਮੋਹਰੀ ਜੀ ਕਹਿੰਦੇ ਨੇ ਕਿ ਅਸੀਂ ਤੇ ਪ੍ਰਿਥੀ ਨੂੰ ਪਹਿਲੋਂ ਵੀ ਦੇਖਿਆ ਹੈ, ਕੰਮ ਤਾਂ ਬੜੇ ਕਰਦਾ ਹੈ, ਪਰ ਹਰ ਇੱਕ ਕੰਮ ਦੇ ਪਿੱਛੇ ਹੁੰਦਾ ਇੱਕ ਲਾਲਚ ਹੁੰਦਾ। ਬੜਾ ਲਾਲਚੀ ਸੀ ਕਿ ਕਿੱਥੋਂ ਬਚਣਾ ਕਿੰਨਾ ਹੈ, ਵੱਧ ਤੋਂ ਵੱਧ ਬਚੇ ਲੱਗੇ ਘੱਟ। ਪਿਤ ਕੇ ਜੀਵਤ ਰਹੇ ਸੋ ਲਾਜਾ, ਅਬ ਨਾ ਮਿਟੇ ਕੋ ਕਰੇ ਕੋ ਕਾਜਾ। ਉਹ ਤੇ ਇੰਨਾ ਲਾਲਚੀ ਸੀ, ਹਜੇ ਪਿਤਾ ਜੀ ਦੇ ਹੁੰਦਿਆਂ, ਪਿਤਾ ਗੁਰੂ ਧੰਨ ਗੁਰੂ ਰਾਮਦਾਸ ਦੇ ਹੁੰਦਿਆਂ ਮਾੜੀ ਮੋਟੀ ਸ਼ਰਮ ਰੱਖਦਾ ਰਿਹਾ। ਪਰ ਸਤਿਗੁਰੂ ਜਦੋਂ ਸਰੀਰ ਛੱਡ ਜਾਣਗੇ ਫਿਰ ਤਾਂ ਉਹਨੇ ਸ਼ਰਮ ਵੀ ਛੱਡ ਦੇਣੀ ਹੈ। ਬੜੇ ਮਾੜੇ ਕੰਮ ਕਰ ਸਕਦਾ ਉਹ। ਇਮ ਕਹਿ ਸਭ ਠਾਣਤ ਅਫਸੋਸ, ਪ੍ਰਿਥੀਏ ਮੈਂ ਅਹੰਕਾਰ ਕੋ ਦੋਸ਼। ਇਸ ਤਰ੍ਹਾਂ ਪ੍ਰਿਥੀ ਦੇ ਵਿੱਚ ਅਹੰਕਾਰ ਦਾ ਦੋਸ਼ ਦੇਖ ਕੇ ਸਾਰਿਆਂ ਨੇ ਬੜਾ ਅਫਸੋਸ ਕੀਤਾ ਕਿ ਪ੍ਰਿਥੀ ਨੇ ਜੇ ਗੁਰੂ ਸਾਹਿਬ ਦੇ ਅੱਗੋਂ ਬੋਲਿਆ ਹੈ, ਇਹ ਬਹੁਤ ਹੀ ਮਾੜਾ ਕੰਮ ਕੀਤਾ ਹੈ। ਲੋਕ ਸਗਲ ਹੀ ਚਿੰਤਾ ਲਹੈ, ਗੁਰਤਾ ਮਹਿ ਬਿਗਾਰ ਪਰ ਰਹਿ। ਸਾਰੇ ਸਿੱਖ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਨੇ ਕਿ ਗੁਰਤਾ ਤੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ, ਪਰ ਇਹ ਗੁਰਤਾ ਦੇਣ ਕਰਕੇ ਪ੍ਰਿਥੀ ਵਿਗਾੜ ਬੜੇ ਕਰੇਗਾ, ਝਗੜੇ ਬੜੇ ਕਰੇਗਾ। ਅਪਰ ਵਾਰਤਾ ਭਈ ਅਨੇਕ, ਕੌਣ ਕਹਿ ਤਿਨ ਸਰਬ ਵਿਵੇਕ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਹੋਰ ਕਈ ਤਰ੍ਹਾਂ ਦੀ ਵਾਰਤਾ ਚੱਲੀ, ਬਹੁਤੀ ਪ੍ਰਿਥੀ ਬਾਰੇ ਚੱਲੀ, ਤੇ ਉਹ ਸਾਰੀ ਵਾਰਤਾ ਬਾਰੇ ਤੇ ਕਿਹੜਾ ਕੋਈ ਕਹਿ ਸਕਦਾ, ਪਰ ਬਚਨ ਵਿਲਾਸ ਬਹੁਤ ਚੱਲੇ। ਤਿਆਰ ਆਹਾਰ ਖਾਏ ਕਰ ਸੋਏ, ਨਿਜ ਨਿਜ ਥਲ ਮੈਂ ਹੈ ਨਰ ਸਭ ਕੋਏ। ਅੱਜ ਫਿਰ ਸ਼ਾਮੀ ਸੋਧਰ ਦਾ ਪਾਠ ਹੋਇਆ, ਲੰਗਰ ਤਿਆਰ ਹੋਇਆ, ਔਰ ਅੱਜ ਫਿਰ ਸਭ ਨੂੰ ਛਕਾਇਆ ਤੇ ਗਿਆ। ਪਰ ਗੋਬਿੰਦਵਾਲ ਸਾਹਿਬ ਦੇ ਸੰਗਤ ਨੇ ਵੀ ਜਦੋਂ ਸੁਣਿਆ ਕਿ ਪ੍ਰਿਥੀ ਨੇ ਇੰਨਾ ਮਾੜਾ ਕੀਤਾ, ਗੁਰੂ ਸਾਹਿਬ ਨੇ ਸਰੀਰ ਛੱਡ ਕੇ ਜਾਣਾ, ਇਹਦਾ ਉਹਨਾਂ ਦੁੱਖ ਨਹੀਂ, ਪਰ ਜ਼ਿਆਦਾ ਦੁੱਖ ਮਨਾਇਆ ਕਿ ਪ੍ਰਿਥੀ ਨੇ ਗੁਰੂ ਸਾਹਿਬ ਦੇ ਅੱਗੋਂ ਬੋਲ ਕੇ ਗੁਰੂ ਸਾਹਿਬ ਨੂੰ ਅਪਮਾਨਿਤ ਕੀਤਾ ਹੈ। ਪ੍ਰਸ਼ਾਦਾ ਅੱਜ ਵੀ ਸਿੱਖਾਂ ਦੇ ਅੰਦਰ ਨਹੀਂ ਲੰਘਿਆ, ਔਰ ਪ੍ਰਸ਼ਾਦਾ ਜਿੰਨਾ ਵੀ ਛਕਿਆ ਛਕ ਕੇ ਆਪੋ ਆਪਣੀ ਥਾਂ ਤੇ ਸੌਣ ਵਾਸਤੇ ਗਏ। ਭਾਨੇ ਕੇ ਮਨ ਚਿੰਤ ਮਹਾਨੀ, ਗਿਣਤੇ ਗਿਣਹਿ ਅਨੇਕ ਵਿਧਾਨੀ। ਪਰ ਬੇਬੇ ਭਾਨੀ ਜੀ ਉਹਨਾਂ ਦੇ ਅੰਦਰ ਚਿੰਤਾ ਬੜੀ ਹੈ, ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਮਿੰਤੀਆਂ ਕਰਦੇ ਨੇ, ਉਹਨਾਂ ਦੀ ਅੱਖਾਂ ਦੇ ਵਿੱਚ ਨੀਂਦ ਨਹੀਂ। ਸ੍ਰੀ ਅਰਜਨ ਬਿਸਰੇ ਚਿਰ ਰਹੇ, ਸਭ ਸੋ ਮਿਲ ਕਰ ਆਨੰਦ ਲਹੇ। ਬੇਬੇ ਭਾਨੀ ਜੀ ਚਿੰਤਾ ਵਿੱਚ ਵੀ ਨੇ, ਵਿਚਾਰ ਵੀ ਕਰਦੇ ਨੇ, ਸ਼੍ਰੀ ਅਰਜਨ ਦੇਵ ਜੀ ਸਾਡੇ ਪੁੱਤਰ ਇੰਨਾ ਸਮਾਂ ਸਾਡੇ ਤੋਂ ਦੂਰ ਰਹੇ, 2 ਸਾਲ ਦੇ ਕਰੀਬ, ਅੱਜ ਆਏ ਸਨ, ਸਾਰਿਆਂ ਨੂੰ ਮਿਲ ਕੇ ਬੜੀਆਂ ਖੁਸ਼ੀਆਂ ਸਨ, ਸਾਰੇ ਪਾਸੇ ਆਨੰਦ ਸਨ। ਪਰ ਇਸ ਪ੍ਰਿਥੀ ਨੇ ਉਸ ਆਨੰਦ ਦੇ ਵਿੱਚ ਭੰਗ ਪਾ ਦਿੱਤਾ ਹੈ। ਮਾਤੁਲ ਯਾਰੇ ਮਾਤਲ ਕੇ ਦਾਰਾ, ਸਿਰ ਪਰ ਕਰ ਫੇਰਤ ਦੇ ਪਿਆਰਾ। ਤੇ ਜਦੋਂ ਬੇਬੇ ਭਾਨੀ ਜੀ ਇਸ ਤਰ੍ਹਾਂ ਬਚਨ ਕਰਦੇ ਨੇ ਕਿ 2 ਸਾਲ ਬਾਅਦ ਮੇਰਾ ਪੁੱਤਰ ਆਇਆ ਹੈ, ਅੱਜ ਗੁਰਤਾ ਗੱਦੀ ਮਿਲੀ ਹੈ, ਪਰ ਪ੍ਰਿਥੀ ਚੰਦ ਵੇਖ ਕੇ ਜਿਹੜਾ ਉਹ ਸਹਾਰ ਨਹੀਂ ਸਕਿਆ। ਕਹਿੰਦੇ ਮਾਤਲ ਅਰ ਮਾਤਲ ਕੀ ਦਾਰਾ। ਧੰਨ ਗੁਰੂ ਅਰਜਨ ਦੇਵ ਜੀ ਦੇ ਮਾਮੇ ਤੇ ਮਾਮੀਆਂ, ਔਰ ਗੁਰੂ ਅਰਜਨ ਦੇਵ ਜੀ ਦੇ ਮਾਮੇ ਕੌਣ ਨੇ ਜੀ? ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ। ਮਾਮੇ ਤੇ ਮਾਮੀਆਂ ਨੇ ਸਿਰ ਤੇ ਹੱਥ ਫੇਰ ਕੇ ਪਿਆਰ ਦਿੱਤਾ ਹੈ ਰਿਸ਼ਤੇਦਾਰ ਵਜੋਂ, ਔਰ ਉਸ ਤੋਂ ਪਹਿਲੋਂ ਗੁਰੂ ਜਾਣ ਕੇ ਮੱਥਾ ਟੇਕਿਆ ਹੈ। ਬੁੱਢੇ ਆਦਿਕ ਸਿੱਖ ਗੁਰ ਪਾਸ, ਜਾਗਰਤ ਕਰਤੇ ਬਚਨ ਬਿਲਾਸ। ਅੱਜ ਜਿਹੜੀ ਰਾਤ ਹੈ, ਜਿਹੜਾ ਅਗਲੇ ਦਿਨ ਗੁਰੂ ਸਾਹਿਬ ਨੇ ਸਰੀਰ ਨੂੰ ਤਿਆਗਣਾ ਹੈ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਆਦਿਕ ਹੋਰ ਸਾਰੇ ਸਿੱਖ ਗੁਰੂ ਸਾਹਿਬ ਦੇ ਕੋਲ ਬੈਠੇ ਨੇ, ਜਾਗਰਤ ਕਰਤੇ ਬਚਨ ਬਿਲਾਸ।
अज सारे रात जागते रहे और बचन बिलासी करते रहे। निशा बिखे सुते नह को, सतगुर त्यारे को लख सो। अज सारी रात एक मिनट भी कोई नहीं सुता कि सतगुरु जी ने शरीर नूं छड्डना है, इस दी तैयारियां भी और गुरु साहब जी दे नाल बचन जिहड़े ने वध तो वध असीं कर सकीए। इस करके भी सिख संगतां सतगुरु के चरणों के विच रहीआं। अगे गुरु साहब जी जिवें कृपा करनगे कल विचारांगे। होईआं फुल्लां दी खिमा। आओ 1-2 मिनट होर रसना दे नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु